ਅੱਜ ਦਾ ਟੌਪਿਕ ਜਿਹਦੇ ਉੱਪਰ ਅੱਜ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ ਉਹ ਹੈਗਾ MS Access। MS Access ਕੀ ਹੈਗਾ? MS Access ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ। ਡਾਟਾਬੇਸ ਮੈਨੇਜਮੈਂਟ ਸਿਸਟਮ ਕੀ ਹੁੰਦਾ ਹੈ ਸਟੂਡੈਂਟਸ? ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਮਤਲਬ ਹੁੰਦਾ ਹੈ ਕਿ ਡਾਟਾ ਨੂੰ ਮੈਨੇਜ ਕਰਨ ਵਾਲਾ ਸਿਸਟਮ ਯਾਨੀ ਸੌਫਟਵੇਅਰ। ਡਾਟਾਬੇਸ ਮੈਨੇਜਮੈਂਟ ਸਿਸਟਮ यानी डेटाबेस ਨੂੰ मैनेज करने वाला एक सॉफ्टवेयर। ਹੁਣ डेटाबेस ਕੀ ਹੁੰਦਾ स्टूडेंट? डेटाबेस एक डाटा ਦਾ ਕਲੈਕਸ਼ਨ ਨੂੰ ਕਿਹਾ ਜਾਂਦਾ। डाटा ਦਾ ਕਲੈਕਸ਼ਨ ਤੋਂ ਕੀ ਭਾਵ ਆ ਕਿ ਦੇਖੋ ਹੁਣ ਤੁਸੀਂ ਕੋਈ ਵੀ ਪਰਸਨ ਅੱਜ ਤੁਸੀਂ ਦੇਖਦੇ ਆ, ਤੁਸੀਂ ਕੋਈ ਵੀ ਪਰਸਨ ਕੰਪਿਊਟਰ ਤੇ ਕੰਮ ਕਰਦਾ ਤੁਹਾਨੂੰ ਨਜ਼ਰ ਆਉਂਦਾ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਹਰ ਬੰਦਾ ਕੰਪਿਊਟਰ ਵਿੱਚ ਕੁਝ ਨਾ ਕੁਝ ਕੰਪਿਊਟਰ 'ਚ ਸਟੋਰ ਕਰ ਰਿਹਾ ਹੁੰਦਾ। ਚਾਹੇ ਉਹ ਕੋਈ ਪਿਕਚਰ ਸਟੋਰ ਕਰ ਰਿਹਾ ਹੋਵੇ, ਚਾਹੇ ਕੋਈ ਉਹ ਸਾਊਂਡ ਸਟੋਰ ਕਰ ਰਿਹਾ, ਚਾਹੇ ਕੋਈ ਟਾਈਪ ਕਰ ਰਿਹਾ, ਕੋਈ ਨੰਬਰ ਸਟੋਰ ਕਰ ਰਿਹਾ, ਕੁਝ ਨਾਮ ਲਿਖ ਰਿਹਾ, ਕੁਝ ਵੀ ਕਰ ਰਿਹਾ। ਸੋ ਕੁਝ ਵੀ ਜਿਹੜਾ ਅਸੀਂ ਕੰਪਿਊਟਰ ਵਿੱਚ ਡਾਟਾ ਸਟੋਰ ਕਰਦੇ ਹਾਂ, ਦੈਟ ਇਜ਼ ਕੋਈ ਵੀ ਇਨਫੋਰਮੇਸ਼ਨ ਜਿਹੜੀ ਅਸੀਂ ਕੰਪਿਊਟਰ 'ਚ ਸਟੋਰ ਕਰਦੇ ਹਾਂ ਤਾਂ ਉਸ ਨੂੰ ਅਸੀਂ ਡਾਟਾ ਕਹਿੰਦੇ ਹਾਂ। ਹੁਣ ਇੱਕ ਚੀਜ਼ ਨਾਲ ਸੰਬੰਧਿਤ ਅਗਰ ਡਾਟਾ ਇਕੱਠਾ ਕਰ ਲਈਏ, ਫੋਰ ਐਗਜ਼ਾਮਪਲ अगर कोई डॉक्टर कंप्यूटर यूज़ कर रहा तो वो की करता है कि वो अपने एक पेशेंट का रिकॉर्ड पूरा एंटर कर रहा कंप्यूटर च। फॉर एग्जाम्पल ਉਹਦਾ नाम लिख रहा होएगा, ਉਹਨੂੰ ਕੀ तकलीफ है वो लिखेगा, ਉਹਨੂੰ ਕਿਹੜੀ ਮੈਡੀਸਨ ਦਿੱਤੀ ਜਾਣੀ ਆ ਉਹ ਲਿਖੇਗਾ, ਉਹਦੇ ਨਾਲ ਸੰਬੰਧਿਤ ਯਾਨੀ ਕਿ ਕੋਈ ਵੀ ਇਨਫੋਰਮੇਸ਼ਨ ਉਹ ਸਟੋਰ ਕਰੇਗਾ ਤਾਂ ਉਸ ਚੀਜ਼ ਨੂੰ ਅਸੀਂ ਡਾਟਾ ਬੇਸ ਬੋਲਦੇ ਹਾਂ। ਸੋ ਡਾਟਾਬੇਸ ਕੀ ਹੋ ਗਿਆ ਕਿ ਇੱਕ database is an organized collection of data। collection यानी कल्ला database नहीं होता, यानी कि अगर कल्ले सपोज करो नाम आ तो दैट इज़ नॉट database, या कोई पिक्चर है किसी दी तो database नहीं है। पर हाँ अगर असी किसी एक चीज़ ना संबंधित कोई भी इंफॉर्मेशन इकट्ठी कर लीए तो वो एक database बन जाता। ਹੁਣ ਵਾਪਸ ਆਉਂਦੇ ਆ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਕੀ ਸੀਗਾ। ਸੋ ਡਾਟਾਬੇਸ ਮੈਨੇਜਮੈਂਟ ਸਿਸਟਮ ਇਸੀ ਡਾਟਾ ਨੂੰ ਜੋ ਡਾਟਾਬੇਸ ਅਸੀਂ ਬਣਾਇਆ, ਕੋਈ ਸਪੋਜ਼ ਅਸੀਂ ਡਾਕਟਰ ਦੀ ਐਗਜ਼ਾਮਪਲ ਲਈ ਮੈਂ ਹੁਣੇ ਕਿ ਇੱਕ ਡਾਕਟਰ ਆਪਣੇ ਪੇਸ਼ੈਂਟ ਦਾ ਰਿਕਾਰਡ ਸਟੋਰ ਕਰ ਰਿਹਾ। ਸਿਮਿਲਰਲੀ ਇਸੇ ਤਰੀਕੇ ਨਾਲ ਇੱਕ ਸਕੂਲ ਦੇ ਵਿੱਚ ਤੁਸੀਂ ਪੜ੍ਹਦੇ ਆ ਜਾਂ ਕਾਲਜ ਪੜ੍ਹਦੇ ਆ ਤਾਂ ਤੁਸੀਂ ਦੇਖਦੇ ਹੋਗੇ ਕਿ ਤੁਹਾਡੇ ਉੱਥੋਂ ਨਾਲ ਸੰਬੰਧਿਤ ਬਹੁਤ ਸਾਰਾ ਡਾਟਾ ਹੁੰਦਾ। ਸਟੂਡੈਂਟ ਦਾ ਰਿਕਾਰਡ ਹੋਏਗਾ ਜਿਹਦੇ ਸਟੂਡੈਂਟ ਦਾ ਨਾਮ, ਉਹਦਾ ਫਾਦਰ ਨੇਮ, ਉਹਦੀ ਫੀਸ ਨਾਲ ਸੰਬੰਧਿਤ ਰਿਕਾਰਡ। ਸੋ ਇੱਕ ਸਕੂਲ ਦਾ ਇੱਕ ਅਲੱਗ ਡਾਟਾਬੇਸ ਬਣ ਗਿਆ ਜਿਹਦੇ ਵਿੱਚ ਸਕੂਲ ਨਾਲ ਸੰਬੰਧਿਤ ਇਨਫੋਰਮੇਸ਼ਨ, ਉਹਦੇ ਵਿੱਚ ਸਟੂਡੈਂਟਸ ਵੀ ਹੋ ਸਕਦੇ ਆ, ਉਹਦੇ ਵਿੱਚ ਸਟਾਫ ਮੈਂਬਰ ਵੀ ਹੋ ਸਕਦੇ ਆ ਅਤੇ ਬਾਕੀ ਚੀਜ਼ਾਂ ਵੀ ਹੋ ਸਕਦੀਆਂ। ਸੋ ਡਾਟਾਬੇਸ ਤੋਂ ਭਾਵ ਇੱਕ ਚੀਜ਼ ਨਾਲ ਸੰਬੰਧਿਤ ਕਲੈਕਸ਼ਨ ਆਫ ਡਾਟਾ, ਉਸ ਚੀਜ਼ ਨੂੰ ਅਸੀਂ ਡਾਟਾਬੇਸ ਬੋਲਦੇ। ਹੁਣ ਡਾਟਾਬੇਸ ਨੂੰ ਮੈਨੇਜ ਕਰਨ ਵਾਲਾ, ਮੈਨੇਜਮੈਂਟ ਦਾ ਮਤਲਬ ਹੋ ਗਿਆ ਕਿ ਜਿਸ ਦੇ ਵਿੱਚ ਅਸੀਂ ਡਾਟੇ ਨੂੰ ਰੱਖ ਸਕੀਏ, ਜਿਸ ਦੀ ਮਦਦ ਦੇ ਨਾਲ ਅਸੀਂ ਰੱਖ ਸਕੀਏ, ਜਿਸ ਦੀ ਮਦਦ ਦੇ ਨਾਲ ਅਸੀਂ ਉਸ ਡਾਟੇ ਨੂੰ ਕੱਲ੍ਹ ਨੂੰ ਜ਼ਰੂਰਤ ਹੁੰਦੀ ਹੈ ਸਾਨੂੰ ਵੀ ਅਸੀਂ ਉਹਦੇ ਵਿੱਚੋਂ ਡਾਟਾ ਇਸਤੇਮਾਲ ਕਰਨਾ ਚਾਹੁੰਦੇ ਹਾਂ। ਅਤੇ ਫੋਰ ਐਗਜ਼ਾਮਪਲ ਮੈਂ ਕੋਈ ਸਕੂਲ ਦੇ ਵਿੱਚ ਕੰਮ ਕਰ ਰਿਹਾ ਤਾਂ ਮੈਂ ਉੱਥੇ ਮੇਰੇ ਕੋਲ ਥਾਊਜ਼ੈਂਡਸ ਸਟੂਡੈਂਟਸ ਨੇ तो मैं कोई पर्टिकुलर स्टूडेंट का रिकॉर्ड देखना चाहना, सपोज रोल नंबर 5 का रिकॉर्ड देखना चाहना तो मैं डाटाबेस मैनेजमेंट सिस्टम कहांगा तो मैनू थाउजेंड्स हज़ारां स्टूडेंट्स के एक पर्टिकुलर स्टूडेंट का रिकॉर्ड मैनू लिया के दिखा देगा। सो ये एक डाटाबेस मैनेजमेंट सिस्टम का ही काम होंदा है। सिमिलरली कल मैं कोई चेंज करना चाहना, कुछ किसी का फ़ोन नंबर चेंज हो गया, किसी का एड्रैस चेंज हो गया किसी स्टूडेंट का, तो वो भी मैं डाटाबेस मैनेजमेंट सिस्टम की मदद के नाल ही कर सकता। कल कोई रिकॉर्ड डिलीट करना सो आई कैन डिलीट इट। सो ये सारा कुछ असी एक डाटाबेस मैनेजमेंट सिस्टम तो कर सकते हैं। हुण गल करिए MS Access की। स्टूडेंट्स जिहड़ा MS Access आ एक बहुत पावरफुल डाटाबेस मैनेजमेंट सिस्टम है। पावरफुल इस करके क्योंकि इहदे विच बहुत सारा ਇਹੋ ਜਿਹੀਆਂ ਆਪਸ਼ਨਸ ਆ ਜਿਨ੍ਹਾਂ ਤੁਸੀਂ ਬਹੁਤ ਈਜ਼ੀ ਵੇ ਦੇ ਨਾਲ ਡਾਟਾ ਆਪਣੇ ਪੂਰੇ ਡਾਟੇ ਨੂੰ ਸਟੋਰ ਕਰ ਸਕਦੇ ਆ ਆਪਣੇ ਡਾਟਾਬੇਸ ਮੈਨੇਜਮੈਂਟ ਸਿਸਟਮ
ਦੀ ਤਰ੍ਹਾਂ ਉਸੇ ਤਰ੍ਹਾਂ ਦੇ ਨਾਲ ਕੱਲ੍ਹ ਨੂੰ ਜ਼ਰੂਰਤ ਪੈਣ 'ਤੇ ਤੁਸੀਂ ਉਹ ਡਾਟੇ ਨੂੰ ਕੱਢ ਕੇ ਇਸਤੇਮਾਲ ਕਰ ਸਕਦੇ ਆ। ਜ਼ਰੂਰਤ ਪੈਣ 'ਤੇ ਤੁਸੀਂ ਉਹਨੂੰ ਪ੍ਰਿੰਟ ਕਰਨਾ ਚਾਹੋ, ਯੂ ਕੈਨ ਪ੍ਰਿੰਟ ਇਟ। ਸੋ ਇਹ ਸਭ ਕੁਝ ਜੋ ਮੈਂ ਪਿੱਛੇ ਗੱਲ ਕੀਤੀ ਤੁਹਾਡੇ ਨਾਲ ਹੁਣੇ ਕਿ DBMS ਕੀ ਕਰਦਾ ਹੈ, ਸਭ ਕੁਝ ਇੱਕ MS Access ਕਰ ਸਕਦਾ। ਹੁਣ MS Access ਕਿੱਥੋਂ ਮਿਲੇਗਾ? MS Access ਸਾਨੂੰ ਮਿਲੇਗਾ MS Office 'ਚ। ਸੋ ਜਦੋਂ ਤੁਸੀਂ ਆਪਣੇ ਕੰਪਿਊਟਰ ਵਿੱਚ MS Office ਲੋਡ ਕਰੋਗੇ, MS Office ਦੇ ਵਿੱਚ ਬਹੁਤ ਸਾਰੇ ਸੌਫਟਵੇਅਰਸ ਹੁੰਦੇ ਆ, ਲਾਈਕ MS Word ਹੁੰਦਾ, Excel ਹੁੰਦਾ, PowerPoint ਹੁੰਦਾ। ਸੋ ਉਹਦੇ ਵਿੱਚ MS Access ਵੀ ਹੁੰਦਾ। ਸੋ ਜਦੋਂ ਤੁਸੀਂ MS Office ਲੋਡ ਕਰੋਗੇ ਆਪਣੇ ਸਿਸਟਮ ਦੇ ਵਿੱਚ ਤਾਂ MS Access ਵੀ ਆਟੋਮੈਟਿਕਲੀ ਉਹਦੇ ਵਿੱਚ ਲੋਡ ਹੋ ਜਾਏਗਾ। ਹੁਣ MS Access ਤੋਂ ਇਲਾਵਾ ਵੀ ਕੋਈ ਹੋਰ ਡਾਟਾਬੇਸ ਮੈਨੇਜਮੈਂਟ ਸਿਸਟਮ ਹੁੰਦਾ? ਯੈਸ। MS Access ਤੋਂ ਇਲਾਵਾ ਤੁਹਾਨੂੰ ਜਿਵੇਂ MySQL ਸਰਵਰ, Oracle, FoxPro, ਬਹੁਤ ਸਾਰੇ DBMS ਮਿਲ ਜਾਣਗੇ। ਸੋ ਇਹ ਸਾਰਿਆਂ ਦਾ ਕੰਮ ਬੇਸਿਕਲੀ ਸੇਮ ਹੀ ਹੁੰਦਾ ਹੈ ਕਿ ਤੁਹਾਡੇ ਡਾਟੇ ਨੂੰ ਸੰਭਾਲਣਾ, ਰੱਖਣਾ, ਕੱਲ੍ਹ ਨੂੰ ਜ਼ਰੂਰਤ ਪੈਣ 'ਤੇ ਤੁਹਾਨੂੰ ਉਹ ਡਾਟਾ ਨਿਕਾਲ ਕੇ ਦੇਣਾ। ਸੋ ਇਹ ਸਾਰਾ ਕੰਮ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਦਾ ਹੁੰਦਾ ਹੈ। ਹੁਣ ਜਦੋਂ ਤੁਸੀਂ ਆਪਣੇ ਕੰਪਿਊਟਰ ਵਿੱਚ MS Office ਲੋਡ ਕਰੋਗੇ, ਸੋ ਉਹਦੇ ਅਕੋਰਡਿੰਗਲੀ ਅਲੱਗ-ਅਲੱਗ ਵਰਜ਼ਨਸ ਹੁੰਦੇ ਨੇ। ਸੋ ਜਿਨ੍ਹਾਂ ਦੇ ਵਿੱਚ ਤੁਸੀਂ ਬੇਸਿਕਲੀ ਥੋੜ੍ਹੇ ਬਹੁਤੇ ਜਿਵੇਂ ਕਹਿ ਸਕਦੇ ਹਾਂ ਕਿ ਅਪਗ੍ਰੇਡ ਕੀਤਾ ਹੁੰਦਾ। ਸੋ ਜਿਵੇਂ ਐਡੀਸ਼ਨਸ ਹੁੰਦੇ, ਤੁਸੀਂ ਬੁੱਕਸ ਖਰੀਦਦੇ ਆ ਤਾਂ ਤੁਸੀਂ ਦੇਖਦੇ ਆ ਵੀ ਉਹਦੇ ਵਿੱਚ ਅਲੱਗ-ਅਲੱਗ ਤੁਹਾਨੂੰ ਬੁੱਕਸ ਮਿਲਦੀਆਂ ਨੇ, ਅਲੱਗ-ਅਲੱਗ ਟਾਈਮ 'ਤੇ ਤੁਹਾਨੂੰ ਅਲੱਗ-ਅਲੱਗ ਐਡੀਸ਼ਨਸ ਉਹਦੇ ਮਿਲਦੇ ਨੇ, ਜਿਹਦੇ ਵਿੱਚ ਥੋੜ੍ਹਾ ਬਹੁਤਾ ਚੇਂਜ ਕਰਕੇ ਫਰਦਰ ਦਿਖਾਉਂਦੇ ਆ। ਸਿਮਿਲਰਲੀ ਕੰਪਿਊਟਰਸ ਵਿੱਚ ਅਲੱਗ-ਅਲੱਗ ਵਰਜ਼ਨਸ ਹੁੰਦੇ ਆ, ਵਰਜ਼ਨ ਮਤਲਬ ਥੋੜ੍ਹਾ ਉਹਨੂੰ ਅਪਗ੍ਰੇਡ ਕਰ ਦਿੱਤਾ ਜਾਂਦਾ। ਸੋ ਇਹਦਾ ਜਿਹੜਾ ਲੇਟੈਸਟ ਵਰਜ਼ਨ ਹੈ MS Access ਦਾ, ਉਹ ਆਇਆ 2019 ਦੇ ਵਿੱਚ, ਦੈਟ ਇਜ਼ Access 2019 ਉਹਦਾ ਨਾਮ ਰੱਖਿਆ ਗਿਆ ਉਹਨਾਂ ਨੇ। ਸੋ ਇਟ ਇਜ਼ ਪਾਰਟ ਆਫ Office 2019। ਬਾਕੀ ਇਸ ਤੋਂ ਇਲਾਵਾ ਆਲਮੋਸਟ ਕੰਮ ਸਾਰੇ ਹੀ ਵਰਜ਼ਨ ਸੇਮ ਹੀ ਕਰਦੇ ਆ। ਸੋ ਥੋੜ੍ਹਾ ਬਹੁਤਾ ਕਹਿ ਸਕਦੇ ਹਾਂ ਵੀ ਚੇਂਜਿਸ ਹੁੰਦੇ ਨੇ। ਸੋ ਇਹ ਸੀ ਸਾਡੀ ਅੱਜ ਦੀ ਇੰਟਰੋਡਕਸ਼ਨ ਕਿ MS Access ਕੀ ਹੁੰਦਾ, DBMS ਕੀ ਹੁੰਦਾ ਅਤੇ MS Access ਕਿੱਥੋਂ ਹੀ ਮਿਲਦਾ ਸਾਨੂੰ। ਸੋ ਇਸ ਤੋਂ ਨੈਕਸਟ ਕਲਾਸ ਦੇ ਵਿੱਚ ਅਸੀਂ ਫਿਰ ਡਿਸਕਸ ਕਰਾਂਗੇ ਤੁਹਾਡੇ ਨਾਲ ਕਿ ਕਿਵੇਂ ਤੁਸੀਂ ਡਾਟਾਬੇਸ ਆਪਣਾ ਸਿਸਟਮ 'ਤੇ ਬਣਾ ਸਕਦੇ ਹੋ। ਥੈਂਕ ਯੂ ਵੈਰੀ ਮਚ।